ਮਾਨਮੱਤੇ ਪੰਜਾਬੀਆਂ ਦੀ ਕਚਹਿਰੀ ਦੇ ਵਿੱਚ ਪ੍ਰੋਗਰਾਮ ਮੁੱਦਾ ਲੈ ਕੇ ਹਾਜ਼ਰ ਹੋਏ ਹਾਂ। ਦੋਸਤੋ, ਜਿਵੇਂ ਤੁਹਾਨੂੰ ਪਤਾ ਕਿ ਅੱਜ ਅਦਾਰਾ ਜਸ ਪੰਜਾਬੀ ਨੇ, ਅਸੀਂ ਜਸ ਪਰਿਵਾਰ ਨੇ 5 ਵਰਿਆਂ ਦਾ ਇੱਕ ਖੂਬਸੂਰਤ ਸਫ਼ਰ ਜਿਹੜਾ ਹੈ ਤੁਹਾਡੇ ਸਾਥ ਦੇ ਨਾਲ, ਤੁਹਾਡੇ ਸਹਿਯੋਗ ਦੇ ਨਾਲ, ਤੁਹਾਡੇ ਪਿਆਰ ਦੇ ਨਾਲ ਤੈਅ ਕੀਤਾ ਤੇ ਅੱਜ 5ਵੀਂ ਵਰ੍ਹੇਗੰਢ ਹੈ। ਔਰ 5 ਵਰਿਆਂ ਦੇ ਇਸ ਸਫ਼ਰ ਦੇ ਵਿੱਚ ਅਸੀਂ ਕਈ ਧੁੱਪਾਂ ਛਾਵਾਂ ਵੇਖੀਆਂ, ਕਈ ਤੱਤੀਆਂ ਠੰਡੀਆਂ ਹਵਾਵਾਂ ਵੇਖੀਆਂ। ਔਰ ਜੇਕਰ ਇਹ ਗੱਲ ਕਹਿ ਲਈ ਜਾਵੇ ਕਿ ਅਸੀਂ ਜੇਠ ਹਾੜ ਦੇ ਵਿੱਚ ਠਰੇ ਵੀ ਹਾਂ ਤੇ ਪੋਹ ਮਾਘ ਦੇ ਵਿੱਚ ਤਪੇ ਵੀ ਹਾਂ ਕਈ ਵਾਰ। ਔਰ ਇਸ ਹਾਲਾਤ ਦੇ ਵਿੱਚ ਪ੍ਰੋਗਰਾਮਾਂ ਨੂੰ ਨਿਰੰਤਰ ਅਮਰੀਕਾ ਦੀ ਧਰਤੀ ਦੇ ਉੱਤੋਂ ਪਹਿਲਾ ਪੰਜਾਬੀ ਚੈਨਲ ਹੋਣ ਦਾ ਇੱਕ ਮਾਣ ਜਿਹੜਾ ਹੈ ਉਹ ਅਦਾਰਾ ਜਸ ਪੰਜਾਬੀ ਦੀ ਮੈਨੇਜਮੈਂਟ ਦੇ ਉੱਤੇ ਔਰ ਜਸ ਪੰਜਾਬੀ ਦੀ ਪੂਰੀ ਟੀਮ ਨੂੰ ਜਾਂਦਾ ਹੈ। ਔਰ ਖਾਸ ਤੌਰ ਦੇ ਉੱਤੇ ਤੁਹਾਡਾ ਸਹਿਯੋਗ ਹਮੇਸ਼ਾ ਸਾਡੇ ਨਾਲ ਇਨ ਬਿਨ ਜਿਹੜਾ ਹੈ ਉਹ ਰਿਹਾ। ਔਰ ਦੱਸਣਾ ਚਾਹਾਂਗੇ ਕਿ ਅੱਜ ਦਾ ਜਿਹੜਾ ਵਿਸ਼ੇਸ਼ ਮੁੱਦਾ ਪ੍ਰੋਗਰਾਮ ਹੈ, ਅੱਜ ਦੇ ਦਿਨ ਅਸੀਂ ਲੈ ਕੇ ਆਏ ਹਾਂ। ਔਰ ਅਸੀਂ ਹਮੇਸ਼ਾ ਹੀ ਪੰਜਾਬੀ ਮਾਂ ਬੋਲੀ ਜਿਹੜੀ ਹੈ ਉਸ ਨੂੰ ਸਮਰਪਿਤ ਰਹੇ ਹਾਂ, ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਰਹੇ ਹਾਂ, ਪੰਜਾਬੀ ਵਿਰਸੇ ਵਿਰਾਸਤ ਨੂੰ ਤੇ ਆਪਣੀ ਕਮਿਊਨਿਟੀ, ਆਪਣੀ ਲੋਕਾਂ ਦੀ ਹਿੱਤਾਂ ਦੀ ਗੱਲ ਤੇ ਉਹਨਾਂ ਦੀ ਹਿੱਤਾਂ ਦੀ ਤੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਸਤੇ ਚਾਹੇ ਦੁਨੀਆ ਦੇ ਕਿਸੇ ਵੀ ਨੁੱਕਰ ਦੇ ਵਿੱਚ ਹੋਵੇ ਹਮੇਸ਼ਾ ਅਗਵਾਈ ਕੀਤੀ ਹੈ। ਔਰ ਅੱਜ ਦੀ ਇਸ 5ਵੀਂ ਵਰ੍ਹੇਗੰਢ ਮੌਕੇ, 5 ਵਰਿਆਂ ਦਾ ਸਫ਼ਰ ਤੈਅ ਕਰਨ ਦੇ ਮੌਕੇ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਪੰਜਾਬੀ ਬੋਲੀ ਦੇ ਹਿੱਤਾਂ ਦੇ ਉੱਤੇ ਪਹਿਰਾ ਦਿੰਦੇ ਹੋਏ, ਜਿੱਥੇ ਪੰਜਾਬੀ ਦੇ ਪੈਰ ਪਸਰੇ, ਜਿੱਥੇ ਸਾਈਂ ਬੁੱਲੇ ਸ਼ਾਹ, ਜਿੱਥੇ ਬਾਬਾ ਫਰੀਦ, ਜਿੱਥੇ ਬਾਬਾ ਨਾਨਕ, ਜਿੱਥੇ ਉਹ ਹੋਰ ਸਾਈਂ ਫਕੀਰ ਤੇ ਮਹਾਨ ਲੋਕਾਂ ਦੀ ਇਹ ਜ਼ਬਾਨ ਪ੍ਰਵਾਨ ਚੜ੍ਹੀ, ਚਾਹੇ ਉਹ ਧਰਤੀ ਅੱਧ ਵੰਡੀ ਹਿੰਦੁਸਤਾਨ ਦੇ ਵਿੱਚ ਰਹਿ ਗਈ ਤੇ ਚਾਹੇ ਉਹ ਅੱਧ ਵੰਡੀ ਧਰਤੀ ਪਾਕਿਸਤਾਨ ਦੇ ਵਿੱਚ ਰਹਿ ਗਈ, ਉਹਨਾਂ ਸਾਂਝਾਂ ਦੇ ਉੱਤੇ ਇੱਕ ਚਿੰਤਾਜਨਕ ਨਜ਼ਰ ਜਿਹੜੀ ਹੈ ਉਹ ਮਾਰਨ ਵਾਸਤੇ ਅੱਜ ਦਾ ਪ੍ਰੋਗਰਾਮ ਸਮਰਪਿਤ ਕੀਤਾ। ਔਰ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਮੈਂ ਇਹ ਦੱਸਣਾ ਚਾਹਾਂਗਾ ਤੁਹਾਨੂੰ ਕਿ ਚਾਹੇ ਦੋਹਾਂ ਮੁਲਕਾਂ ਦੇ ਮਸਲੇ ਮਸਾਦ, ਦੋਹਾਂ ਮੁਲਕਾਂ ਦੇ ਸੱਭਿਆਚਾਰਕ ਸਾਂਝਾਂ, ਸਾਹਿਤਕ ਸਾਂਝਾਂ ਜਿਹੜੀਆਂ ਨੇ ਉਹ ਇੰਨੀਆਂ ਗੂੜੀਆਂ ਨੇ, ਔਰ ਜਿੱਥੇ ਮੈਂ ਇਹ ਕਹਾਂਗਾ ਕਿ ਧਾਰਮਿਕ ਸਾਂਝਾਂ ਜਿਹੜੀਆਂ ਨੇ ਉਹ ਇੰਨੀਆਂ ਗੂੜੀਆਂ ਨੇ, ਜਿੱਥੇ ਨਨਕਾਣਾ ਸਾਹਿਬ ਅੱਜ ਪਾਕਿਸਤਾਨ ਦੀ ਧਰਤੀ ਦੇ ਉੱਤੇ ਹੈ, ਕਰਤਾਰਪੁਰ ਸਾਹਿਬ ਜਿਸ ਦੇ ਲਾਂਘੇ ਵਾਸਤੇ ਵੀ ਸੰਸਥਾਵਾਂ ਜਿਹੜੀਆਂ ਨੇ ਬੜੀ ਵੱਡੀ ਜਦੋਜਹਿਦ ਦੇ ਵਿੱਚੋਂ ਨਿਕਲ ਰਹੀਆਂ ਨੇ, ਔਰ ਦੋਹਾਂ ਮੁਲਕਾਂ ਦੇ ਵਿੱਚ ਇਹ ਸਾਂਝ ਜਿਹੜੀ ਹੈ ਉਹ ਚੱਲ ਰਹੀ ਹੈ। ਪਰ ਉੱਥੇ ਚਿੰਤਾ ਦਾ ਵਿਸ਼ਾ ਇਹ ਹੈ ਕਿ ਦੋਹਾਂ ਮੁਲਕਾਂ ਦੇ ਵਿੱਚ ਜ਼ਬਾਨ ਦੇ ਉੱਤੇ, ਖਾਸ ਤੌਰ ਦੇ ਉੱਤੇ ਪੰਜਾਬੀ ਜ਼ਬਾਨ ਦੇ ਉੱਤੇ ਮਾਰੂ ਹਮਲੇ ਜਿਹੜੇ ਨੇ ਉਹ ਸਿੱਧੇ ਜਾਂ ਅਸਿੱਧੇ ਢੰਗ ਦੇ ਨਾਲ ਬਾਹਰਲੇ ਪਾਸਿਓਂ ਹੋ ਰਹੇ ਨੇ। ਔਰ ਜਿੱਥੇ ਇਹਨਾਂ ਸਾਂਝਾਂ ਦੇ ਵਿੱਚ ਇੱਕ ਹੋਰ ਜ਼ਿਕਰ ਲਾਈਏ ਕਿ ਦੋਹਾਂ ਮੁਲਕਾਂ ਦੀ ਰਾਜਨੀਤੀ, ਮੈਂ ਇੱਕ ਮੁਲਕ ਦੀ ਨਹੀਂ ਕਹਾਂਗਾ, ਦੋਹਾਂ ਮੁਲਕਾਂ ਦੀ ਰਾਜਨੀਤੀ ਜਿਹੜੀ ਹੈ ਉਹ ਇੱਕ ਡਿੱਗ ਰਹੇ ਖੰਡਰ ਵਾਂਗ ਬੌਣੀ ਹੁੰਦੀ ਜਾ ਰਹੀ ਹੈ। ਔਰ ਭ੍ਰਿਸ਼ਟਾਚਾਰ ਦਾ ਜਿੱਥੇ ਬੋਲਬਾਲਾ, ਔਰ ਇਸ ਸਾਰੀ ਚੀਜ਼ ਦਾ ਸੰਤਾਪ ਜਿਹੜਾ ਹੈ ਉਹ ਆਵਾਮ ਭੋਗ ਰਿਹਾ ਹੈ। ਚਾਹੇ ਵਿਲਕ ਦੇ ਰਿਸ਼ਤੇ ਹੋਣ, ਚਾਹੇ ਜੇਲ੍ਹਾਂ ਦੇ ਵਿੱਚ ਬੰਦ ਲੋਕ ਹੋਣ, ਚਾਹੇ ਦੋਹਾਂ ਮੁਲਕਾਂ ਦੀ ਧਰਤੀ ਦੇ ਉੱਤੇ ਹੋ ਰਹੇ ਬੰਬ ਧਮਾਕੇ ਹੋਣ, ਪਰ ਚਾਹੇ ਮਰ ਰਹੇ ਲੋਕ ਹੋਣ, ਚਾਹੇ ਉਹ ਸ਼ੋਰ ਚੀਕ ਚਿਹਾੜਾ, ਚਾਹੇ ਦੋਹਾਂ ਮੁਲਕਾਂ ਦੀਆਂ ਸਰਹੱਦਾਂ ਦੇ ਉੱਤੇ ਇੱਕ ਤਣਾਅ ਵਰਗਾ ਮਾਹੌਲ ਹੋਵੇ, ਤੇ ਚਾਹੇ ਦੋਹਾਂ ਮੁਲਕਾਂ ਦੇ ਵਿੱਚ ਛਪ ਰਹੀਆਂ ਅਖਬਾਰਾਂ ਦੀ ਪਹਿਲੀ ਸੁਰਖੀ ਦਾ ਨਿੱਤ ਦਿਹਾੜੇ ਖੂਨ ਦੇ ਨਾਲ ਰੰਗਿਆ ਲਾਲ ਰੰਗ ਹੋਵੇ, ਇਸ ਸਾਰੇ ਸਿਤਮ ਨੂੰ ਭੋਗ ਰਹੇ ਨੇ। ਤਾਂ ਉਹ ਆਵਾਮ, ਉਹ ਲੋਕ, ਮਨੁੱਖਤਾ ਜਿਸ ਦਾ ਨਾ ਰਾਜਨੀਤੀ ਨਾਲ ਵਾਹ ਵਾਸਤਾ ਹੈ, ਸਿਰਫ ਤੇ ਸਿਰਫ ਇੱਕ ਜ਼ਬਾਨ ਦੀ ਸਾਂਝ, ਰਿਸ਼ਤਿਆਂ ਦੀ ਸਾਂਝ, ਬੋਲੀ ਦੀ ਸਾਂਝ, ਵਿਰਸੇ ਦੀ ਸਾਂਝ, ਸੋ ਉਹਨਾਂ ਸਾਂਝਾਂ ਦੇ ਵਿਚਕਾਰ ਇੱਕ ਬਹੁਤ ਵੱਡਾ ਤਣਾਅ ਖੜਾ ਕੀਤਾ ਹੈ। ਔਰ ਉਹਦੇ ਵਾਸਤੇ ਜੇਕਰ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਜ਼ਿੰਮੇਵਾਰ ਠਹਿਰਾਇਆ ਜਾਵੇ ਤੇ ਉਹ ਰਾਜਨੀਤਿਕ ਧਿਰਾਂ ਦੋਹਾਂ ਮੁਲਕਾਂ ਦੀਆਂ ਉਸ ਨੂੰ ਮੰਨਿਆ ਜਾਣਾ ਚਾਹੀਦਾ ਹੈ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇਸ ਵਿਸ਼ੇ ਦੇ ਉੱਤੇ, ਜਿੱਥੇ ਚਿੰਤਾਜਨਕ ਰਵੱਈਏ ਦੇ ਉੱਤੇ ਇੱਕ ਅਸੀਂ ਸਾਂਝਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਔਰ ਮੇਰੇ ਨਾਲ ਜਿੱਥੇ ਕਲਮਾਂ ਦੇ ਸਫ਼ਰ ਦੇ ਵਿੱਚ, ਪੱਤਰਕਾਰੀ ਦੇ ਸਫ਼ਰ ਦੇ ਵਿੱਚ, ਜਿੱਥੇ ਪੰਜਾਬੀ ਟ੍ਰਿਬਿਊਨ ਦੇ ਡਿਪਟੀ ਨਿਊਜ਼ ਐਡੀਟਰ ਸ਼ਮਸ਼ੇਰ ਸੰਧੂ ਜੀ, ਜਿਨ੍ਹਾਂ ਨੇ ਪੱਤਰਕਾਰੀ ਨੂੰ, ਖਬਰਾਂ ਨੂੰ, ਜਿੱਥੇ ਉਹ ਗੀਤਾਂ ਦੇ ਬੇਤਾਜ਼ ਬਾਦਸ਼ਾਹ ਨੇ, ਉੱਥੇ ਅਖਬਾਰਾਂ ਦੀ ਪੱਤਰਕਾਰੀ ਪ੍ਰਤੀਨਿਧਤਾ ਦੇ ਵਿੱਚ ਉਹਨਾਂ ਨੇ ਖਬਰਾਂ ਨੂੰ ਬਹੁਤ ਲਾਗਿਓਂ ਹੋ ਕੇ ਵੇਖਿਆ, ਖਬਰਾਂ ਨੂੰ ਟੁੱਟਦੀਆਂ, ਖਬਰਾਂ ਨੂੰ ਭੱਜਦੀਆਂ, ਖਬਰਾਂ ਨੂੰ ਬਣਦੀਆਂ, ਸਾਰਾ ਕੁਝ ਉਹਨਾਂ ਨੇ ਬੜਾ ਲੰਬਾ ਸਮਾਂ ਪੰਜਾਬੀ ਟ੍ਰਿਬਿਊਨ ਦੇ ਟੇਬਲ ਉੱਤੇ ਡਿਪਟੀ
ਨਿਊਜ਼ ਐਡੀਟਰ ਦੇ ਅਹੁਦੇ ਦੇ ਉੱਤੇ ਰਹਿੰਦਿਆਂ ਬੜਾ ਕੁਝ ਦੇਖਿਆ। ਮੈਂ ਜੀ ਆਇਆਂ ਆਖਦਾ ਸ਼ਮਸ਼ੇਰ ਸੰਧੂ ਜੀ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਔਰ ਉਹਨਾਂ ਦੇ ਨਾਲ ਨੇ ਪਾਕਿਸਤਾਨ ਦੀ ਧਰਤੀ ਤੋਂ ਜਿਨ੍ਹਾਂ ਨੇ ਤਾਲੀਮ ਲਈ ਔਰ ਪਾਕਿਸਤਾਨੀ ਪੱਤਰਕਾਰੀ ਦੇ ਵਿੱਚ ਇੱਕ ਜਾਣਿਆ ਪਹਿਚਾਣਿਆ ਨਾਮ। ਔਰ ਮੈਂ ਇਹ ਸਮਝਾਂਗਾ ਕਿ ਦੋਹਾਂ ਮੁਲਕਾਂ ਦੀਆਂ ਸਾਂਝਾਂ ਦੇ ਬਾਰੇ 'ਚ ਇੱਕ ਉਹਨਾਂ ਦੇ ਮਨ ਦੇ ਵਿੱਚ ਚਿੰਤਨ ਵੀ ਹੈ, ਔਰ ਹਮੇਸ਼ਾ ਸ਼ਾਂਤੀ ਦੀ ਗੱਲ ਜਿਹੜੀ ਹੈ ਉਹ ਆਪਣੀ ਜ਼ੁਬਾਨ 'ਤੇ, ਚਾਹੇ ਉਹ ਟਾਕ ਸ਼ੋ ਹੋਣ, ਚਾਹੇ ਉਹ ਅਖਬਾਰਾਂ ਦੀ ਗੱਲ ਹੋਵੇ, ਚਾਹੇ ਉਹ ਆਮ ਜ਼ਿੰਦਗੀ ਹੋਵੇ, ਹਮੇਸ਼ਾ ਕਰਦੇ ਨੇ। ਔਰ ਖ਼ਾਸ ਤੌਰ ਦੇ ਉੱਤੇ ਮਨੁੱਖੀ ਅਧਿਕਾਰਾਂ ਦੀ ਗੱਲ ਜਿਹੜੀ ਹੈ ਉਹਨਾਂ ਨੇ ਹਮੇਸ਼ਾ ਕੀਤੀ। ਇਹੀ ਕਾਰਨ ਹੈ ਕਿ ਅੱਜ ਨਿਊਯਾਰਕ ਦੀ ਨਾਸੂ ਕਾਉਂਟੀ ਦੇ ਉਹ ਹਿਊਮਨ ਰਾਈਟ ਦੇ ਕਮਿਸ਼ਨਰ ਨੇ। ਸੋ ਮੇਰੀ ਮੁਰਾਦ ਹੈ ਮਲਿਕ ਨਦੀਮ ਆਬਿਦ ਸਾਹਿਬ ਹੋਰਾਂ ਨੂੰ, ਉਹ ਸਾਡੇ ਕੋਲ ਤਸ਼ਰੀਫ ਫਰਮਾਨ ਨੇ। ਮਲਿਕ ਜੀ ਤੁਹਾਨੂੰ ਵੈਲਕਮ, ਜੀ ਆਇਆਂ। ਸੋ ਅੱਜ ਗੱਲਬਾਤ ਦਾ ਸਿਲਸਿਲਾ ਜਿਹੜਾ ਹੈ ਮਲਿਕ ਜੀ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ। ਤੁਹਾਡੀ ਨਜ਼ਰ ਦੇ ਵਿੱਚ ਅੱਜ ਦੋਵਾਂ ਮੁਲਕਾਂ ਦੇ ਅੱਜ 65 ਸਾਲ ਹੋ ਗਏ ਨੇ ਦੋਵਾਂ ਮੁਲਕਾਂ ਨੂੰ ਆਜ਼ਾਦ ਹੋਇਆਂ, ਔਰ ਹਮੇਸ਼ਾ ਹੀ ਨਿਤ ਨਵੇਂ ਸਾਲ ਜਿਹੜੇ ਨੇ ਮੁਲਕਾਂ ਦੇ ਰਿਸ਼ਤੇ ਬਣਦੇ ਨੇ, ਨਵੀਆਂ ਸਰਕਾਰਾਂ ਹਕੂਮਤਾਂ ਆਉਂਦੀਆਂ ਨੇ, ਰਿਸ਼ਤੇ ਬਣਦੇ ਨੇ ਅਤੇ ਰਿਸ਼ਤੇ ਜਿਹੜੇ ਨੇ ਉਹ ਤਾਰ-ਤਾਰ ਹੋ ਕੇ ਟੁੱਟ ਜਾਂਦੇ ਨੇ। ਲੋਕਾਂ 'ਚ ਸੰਭਾਵਨਾਵਾਂ ਬਣਦੀਆਂ ਨੇ ਹਾਲਾਤ ਜਿਹੜੇ ਨੇ ਉਹ ਸੁਖਾਵੇਂ ਹੋਣ ਦੀਆਂ। ਪਰ ਜੇਕਰ ਮੋਟੇ ਰੂਪ ਦੇ ਵਿੱਚ ਦੇਖਿਆ ਜਾਵੇ ਤੇ ਦੋਹਾਂ ਮੁਲਕਾਂ ਦੀ ਧਰਤੀ ਦੇ ਉੱਤੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਬੰਬ ਫਟਦਾ ਜਿਹਦੇ ਵਿੱਚ ਆਮ ਲੋਕ ਮਾਰੇ ਜਾਂਦੇ ਨੇ ਤੇ ਰਿਸ਼ਤੇ ਫੇਰ ਜਿਹੜੇ ਨੇ ਉਹ ਕੱਟੀ ਪਤੰਗ ਵਾਂਗ ਉੱਡ ਜਾਂਦੇ ਨੇ। ਇਹਦੇ ਕੀ ਕਾਰਨ ਸਮਝਦੇ ਹੋ? ਪਹਿਲੇ ਤਾਂ ਜੀ ਮੈਂ ਤੁਹਾਡਾ ਬਹੁਤ ਗ੍ਰੇਟਫੁਲ ਹਾਂ ਕਿ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ 'ਚ ਬੁਲਾਇਆ, ਔਰ ਤੁਸੀਂ ਔਰ ਤੁਹਾਡੀ ਮੈਨੇਜਮੈਂਟ ਔਰ ਜਸ ਪੰਜਾਬੀ ਯਕੀਨਨ ਮੁਬਾਰਕ ਦੇ ਮੁਸਤਹਿਕ ਹੋ। 5 ਸਾਲ ਇਜ਼ ਅ ਵੈਰੀ ਬਿਗ ਮਾਈਲਸਟੋਨ ਐਂਡ ਆਈ ਐਮ ਸ਼ੋਰ ਯੂ ਮਸਟ ਬੀ ਡੂਇੰਗ ਸਮਥਿੰਗ ਵੈਰੀ ਗ੍ਰੇਟ ਕਿ 5 ਸਾਲ ਤੁਸੀਂ ਸਾਡਾ ਸਕਸੈਸਫੁਲ TV ਚਲਾ ਰਹੇ ਹੋ। ਕੰਗ੍ਰੈਚੁਲੇਸ਼ਨਸ ਟੂ ਯੂ ਐਂਡ ਯੂਰ ਮੈਨੇਜਮੈਂਟ। ਥੈਂਕ ਯੂ, ਮਿਹਰਬਾਨੀ। ਬੜਾ ਹੀ ਇੰਪੋਰਟੈਂਟ ਸਵਾਲ ਹੈ ਤੁਹਾਡਾ ਜੀ। ਥੋੜ੍ਹਾ ਜਿੰਨਾ ਇਹਦੇ 'ਚ ਸਵਾਲ ਤੇ ਇੰਪੋਰਟੈਂਟ ਹੈ, ਜਵਾਬ ਥੋੜ੍ਹਾ ਜਿੰਨਾ ਮੁਸ਼ਕਿਲ ਹੈ ਸੱਚ ਬੋਲਣਾ ਜੀ। ਲੇਕਿਨ ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ 65 ਸਾਲ ਦੇ ਬਾਅਦ ਵੀ ਅਗਰ ਅਸੀਂ ਸੱਚ ਨਹੀਂ ਬੋਲਣਾ ਸ਼ੁਰੂ ਕਰਾਂਗੇ, ਅਸੀਂ ਆਪਣੇ ਪ੍ਰੋਬਲਮਸ ਨੂੰ ਓਪਨਲੀ ਐਡਰੈਸ ਨਹੀਂ ਕਰਾਂਗੇ, ਅਸੀਂ ਅੱਜ ਤੋਂ 100 ਸਾਲ ਬਾਅਦ ਵੀ ਉੱਥੇ ਹੀ ਖੜੇ ਰਹਾਂਗੇ ਜਿੱਥੇ ਅਸੀਂ 65 ਸਾਲ ਤੋਂ ਖੜੇ ਹਾਂ। ਬਿਲਕੁਲ। ਅਸੀਂ ਜਿਸ ਵੇਲੇ ਵੀ ਕਿਸੇ ਪੀਸ ਦੇ ਮਿਸ਼ਨ ਦੇ ਉੱਤੇ ਜਾਂ ਫਰੈਂਡਸ਼ਿਪ ਦੇ ਮਿਸ਼ਨ ਦੇ ਉੱਤੇ 2 ਕਦਮ ਅੱਗੇ ਜਾਂਦੇ ਹਾਂ, ਕੋਈ ਨਾ ਕੋਈ ਐਸਾ ਛੋਟਾ ਮੋਟਾ ਕੰਮ ਹੋ ਜਾਂਦਾ ਜਿਹੜਾ ਅਸੀਂ 4 ਕਦਮ ਪਿੱਛੇ ਚਲੇ ਜਾਂਦੇ ਹਾਂ। ਉਹਦੀ ਵਜ੍ਹਾ ਮੈਂ ਸਮਝਦਾ ਕਿ ਬੇਸਿਕਲੀ ਦੋਵੇਂ ਮੁਲਕਾਂ ਦੇ ਵਿੱਚ ਇਸਟੈਬਲਿਸ਼ਮੈਂਟ ਜਿਹੜੀ ਸਪੈਸ਼ਲੀ ਮਿਲਟਰੀ ਇਸਟੈਬਲਿਸ਼ਮੈਂਟ ਔਰ ਜਿਹੜੀ ਸਪੈਸ਼ਲੀ ਡਿਫੈਂਸ ਇੰਡਸਟਰੀ ਹੈ ਉਹ ਨਹੀਂ ਚਾਹੁੰਦੀ ਕਿ ਦੋਵੇਂ ਮੁਲਕਾਂ ਦੇ ਆਵਾਮ ਪੀਸਫੁਲੀ ਰਹਿ ਸਕਣ, ਇੱਕ ਦੂਸਰੇ ਦੇ ਨਾਲ ਆਸ਼ਾ ਦੇ ਨਾਲ ਅਮਨ ਦੇ ਨਾਲ ਰਹਿ ਸਕਣ, ਔਰ ਉਹ ਕੋਈ ਨਾ ਕੋਈ ਐਸਾ ਇਸ਼ੂ ਕੋਈ ਐਸਾ ਸਟੰਟ ਛੱਡ ਦਿੰਦੇ ਨੇ ਕਿ ਦੋਵੇਂ ਮੁਲਕਾਂ ਦੇ ਵਿੱਚ ਟੈਂਸ਼ਨ ਗਰੋ ਹੁੰਦੀ ਰਹਿੰਦੀ ਹੈ। ਇਹ 65 ਸਾਲ ਤੋਂ ਹੋ ਰਿਹਾ ਰਾਈਟ। ਔਰ ਉਹਦੀ ਵਜ੍ਹਾ ਇਹ ਕਿ ਹੁਣ ਦੇਖੋ ਨਾ, ਇਸ ਸਾਲ 2011-12 ਦਾ ਜਿਹੜਾ ਬਜਟ ਹੈ ਉਹਦੇ 'ਚ ਇੰਡੀਆ ਇਜ਼ ਸਪੈਂਡਿੰਗ $36 ਬਿਲੀਅਨ ਔਨ ਡਿਫੈਂਸ ਐਂਡ ਪਾਕਿਸਤਾਨ ਇਜ਼ ਆਲਸੋ ਬੀਇੰਗ ਅ ਸਮਾਲ ਕੰਟਰੀ, ਲਿਮਿਟਡ ਬਜਟ ਲਿਮਿਟਡ ਰਿਸੋਰਸਿਸ ਹੋਣ ਦੇ ਬਾਵਜੂਦ $6 ਬਿਲੀਅਨ ਅਸੀਂ ਸਰਵ ਕਰ ਰਹੇ ਹਾਂ ਇੱਕ ਸਾਲ ਦੇ ਵਿੱਚ ਓਨਲੀ ਔਨ ਡਿਫੈਂਸ। ਆਈ ਮੀਨ ਹੁਣ ਇਮੈਜਿਨ ਕਰੋ ਕਿ $6 ਬਿਲੀਅਨ ਪਾਕਿਸਤਾਨ ਜੇ ਛੋਟੇ ਮੁਲਕ ਵਾਸਤੇ ਜਿਹਦੇ ਬਹੁਤ ਸਾਰੇ ਚੈਲੰਜਸ ਨੇ, ਸੋਸ਼ਲ ਚੈਲੰਜਸ ਨੇ, ਇਕਨੋਮਿਕ ਚੈਲੰਜਸ ਨੇ, ਪੋਲੀਟੀਕਲ ਚੈਲੰਜਸ ਨੇ, $6 ਬਿਲੀਅਨ ਇਜ਼ ਅ ਹਿਊਜ ਮਨੀ। ਇਸੇ ਤਰ੍ਹਾਂ ਇੰਡੀਆ ਦੇ ਵਿੱਚ ਗੁਰਬਤ ਹੈ, ਪ੍ਰੋਬਲਮਸ ਨੇ, ਮਸਲੇ ਮਸਾਇਲ ਨੇ, ਐਜੂਕੇਸ਼ਨ ਨੇ ਜੀ, ਉਹ ਸਾਰਾ ਕੁਛ ਉਹਦੇ ਵਿੱਚ ਜਿਹੜਾ ਨਾ $36 ਬਿਲੀਅਨ ਜਿਹੜਾ ਨਾ ਉਹ ਡਿਫੈਂਸ ਦੇ ਉੱਤੇ ਖਰਚ ਕਰ ਦੇਣਾ ਬੜਾ ਜ਼ੁਲਮ ਹੈ। ਲੇਕਿਨ ਉਹ ਉਸੇ ਸੂਰਤ ਹੀ ਹੋਏਗਾ ਕਿ ਅਗਰ ਇਹ ਟੈਂਸ਼ਨ ਕ੍ਰੀਏਟ ਕੀਤੀ ਜਾਏ। ਔਰ ਮੈਂ ਸਮਝਦਾ ਕਿ ਇਹ ਜਿਹੜੀ ਮਿਲਟਰੀ ਇਸਟੈਬਲਿਸ਼ਮੈਂਟ ਦੋਵੇਂ ਸਾਈਡ 'ਤੇ, ਔਰ ਕੁਛ ਮੈਂ ਸਾਰਿਆਂ ਨੂੰ ਨਹੀਂ ਬਲੇਮ ਕਰਾਂਗਾ, ਲੇਕਿਨ ਕੁਝ ਪੋਲੀਟੀਕਲ ਲੀਡਰਸ ਵੀ ਐਸੇ ਨੇ ਜਿਹੜੇ ਕਿ ਜਿਨ੍ਹਾਂ ਦਾ ਬਿਜ਼ਨਸ ਇਹ ਹੈ ਕਿ ਇਹ ਟੈਂਸ਼ਨ ਦੋਵੇਂ ਮੁਲਕਾਂ ਦੇ ਦਰਮਿਆਨ ਵੱਧਦੀ ਰਹੇ ਔਰ ਕਿਸੇ ਸੂਰਤ ਵੀ ਅਸੀਂ ਪੀਸ ਦੀ ਔਰ ਅਮਨ ਦੀ ਗੱਲ ਨਾ ਕਰ ਸਕੀਏ। ਬਿਕੋਜ਼ ਦੇਖੋ ਰਿਐਲਿਟੀ ਇਜ਼ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਇੱਕ ਇਮੈਜਨਰੀ ਦੁਸ਼ਮਣ ਹੈ ਸਾਡਾ, ਉਹ ਇੰਡੀਆ ਹੈ ਜੀ, ਔਰ ਇੰਡੀਆ ਦਾ ਸਭ ਤੋਂ ਵੱਡਾ ਦੁਸ਼ਮਣ ਪਾਕਿਸਤਾਨ ਹੈ। ਔਰ ਅਗਰ ਇਹ ਦੋਵੇਂ ਮੁਲਕਾਂ ਦੇ ਵਿੱਚ ਐਕਚੁਅਲ ਪੀਸ ਹੋ ਜਾਏ, ਦੋਸਤੀ ਹੋ ਜਾਏ, ਅਮਨ ਦੀ ਗੱਲ ਹੋ ਜਾਏ, ਤੇ ਸਾਡੇ ਕੋਲ ਕੋਈ ਰੀਜ਼ਨ ਨਹੀਂ ਕਿ ਅਸੀਂ $36 ਬਿਲੀਅਨ ਔਰ $6 ਬਿਲੀਅਨ ਉਹ ਮਤਲਬ ਵਿਕਾਸ ਦੇ ਉੱਤੇ ਜਿਹੜਾ ਹੈ ਉਹ ਲਾਇਆ ਜਾ ਸਕਦਾ। ਨਦੀਮ ਸਾਹਿਬ, ਸੰਧੂ ਸਾਹਿਬ, ਤੁਹਾਡੇ ਕੋਲ ਅਗਲਾ ਸਵਾਲ ਆਏਗਾ, ਪਰ ਇੱਕ ਛੋਟੇ ਜਿਹੇ ਬ੍ਰੇਕ ਦਾ ਸਮਾਂ ਹੋਇਆ। ਅਸੀਂ ਇਸੇ ਤਰ੍ਹਾਂ ਇਸ ਸਿਹਤਮੰਦ ਜਿਹੜੀ ਬਹਿਸ ਹੈ ਇੱਕ ਜਿਹੜੀ ਕਿ ਆਮ ਲੋਕਾਂ ਨੂੰ, ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਨੂੰ, ਕਿਉਂਕਿ ਇੱਥੇ ਬੜੀਆਂ ਸਾਂਝਾਂ ਨੇ, ਪਰਪੱਕ ਸਾਂਝਾਂ ਨੇ ਔਰ ਆਮ ਲੋਕਾਂ ਦੀਆਂ ਵੀ ਸਾਂਝਾਂ,
ਔਰ ਹਿੱਤ ਜਿਹੜੇ ਨੇ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਨੇ। ਇੱਥੋਂ ਤੱਕ ਕਿ ਕਈ ਵਾਰੀ ਬਾਰਡਰ ਦੇ ਉੱਤੇ ਜਦੋਂ ਜਾਂਦੇ ਨੇ ਲੋਕ, ਇੱਕ ਦੂਸਰੇ ਨੂੰ ਦੇਖਦੇ ਨੇ ਔਰ ਇੱਕ ਦੂਸਰੇ ਨੂੰ ਮਿਲਣ ਦੀ, ਉਹਨਾਂ ਨਾਲ ਗੱਲ ਕਰਨ ਦੀ ਖਿੱਚ ਹੁੰਦੀ ਹੈ। ਆਪਣੇ ਹੀ ਲੋਕਾਂ ਦੇ ਵਿੱਚ ਇੱਕ ਬੇਗਾਨਗੀ ਦੀ ਭਾਵਨਾ ਦਾ ਅਹਿਸਾਸ ਜਿਹੜਾ ਹੈ ਨਾ, ਉਹ ਇੱਕ ਬੜੀ ਚੀਜ਼ ਤੇ ਇੱਕ ਬੜੀ ਵੱਡੀ ਪੀੜ ਨੂੰ ਜਨਮ ਵੀ ਦਿੰਦਾ। ਸੋ ਇਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਨੂੰ ਲਗਾਤਾਰ ਜਾਰੀ ਰੱਖਾਂਗੇ। ਦੋਸਤੋ, ਇਸੇ ਤਰ੍ਹਾਂ ਸਾਡੇ ਪ੍ਰੋਗਰਾਮ ਦੇ ਵਿੱਚ ਬਣੇ ਰਹਿਣਾ ਔਰ ਤੁਸੀਂ ਸਾਨੂੰ ਆਪਣੇ ਸੁਝਾਅ ਵੀ ਭੇਜਣਾ। ਆਪਣੀ ਜਿਹੜੀ ਅੱਜ ਦੇ 5 ਵਰ੍ਹਿਆਂ ਦੇ ਇਸ ਸਫ਼ਰ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਹਾਜ਼ਰੀ ਲਵਾਉਣੀ ਆ, ਜੀ ਭਰ ਕੇ ਖੁੱਲ੍ਹ ਕੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਔਰ ਮਿਲਦੇ ਹਾਂ ਇੱਕ ਛੋਟੇ ਜਿਹੇ